प्यारे विद्यार्थियों, वाहिगुरू जी का खालसा वाहिगुरू जी की फतेह। बेटा ਪਹਿਲਾਂ ਅਸੀਂ ਪਾਠ 3 ਕੀਤਾ ਸੀਗਾ ਵਰਨ ਬੋਧ। ਅੱਜ ਅਸੀਂ ਪਾਠ 4 ਵਰਨਮਾਲਾ ਅਤੇ ਲਿਪੀ ਕਰਾਂਗੇ, ਜਿਸ ਵਿੱਚ ਅਸੀਂ ਵਰਨਮਾਲਾ ਦੀ ਪਰਿਭਾਸ਼ਾ ਬਾਰੇ ਚਰਚਾ ਕਰਾਂਗੇ ਔਰ ਕੱਲ੍ਹ ਜਾਂ ਪਰਸੋਂ ਅਸੀਂ ਲਿਪੀ ਬਾਰੇ ਪੜਾਂਗੇ। ਠੀਕ ਹੈ। ਔਰ ਵਰਨਮਾਲਾ ਬਾਰੇ ਪਰਿਭਾਸ਼ਾ ਕਰਨ ਤੋਂ ਪਹਿਲਾਂ ਅਸੀਂ ਵਰਨ ਬੋਧ 'ਤੇ ਥੋੜ੍ਹੀ ਜਿਹੀ ਝਾਤ ਪਾਵਾਂਗੇ ਔਰ ਰਿਵਾਈਜ਼ ਕਰਾਂਗੇ ਕਿ ਵਰਨਾਂ ਦੀਆਂ ਕਿਸਮਾਂ ਕਿੰਨੀਆਂ ਔਰ ਵਰਨ ਕਿੰਨੇ ਹਨ। ਠੀਕ ਹੈ। ਧਿਆਨ ਨਾਲ ਬੇਟਾ ਸਾਰਿਆਂ ਨੇ ਸਮਝਣਾ ਹੈ। ਠੀਕ ਹੈ। ਓਕੇ, ਵੇਖੋ ਸਭ ਤੋਂ ਪਹਿਲਾਂ ਕਿ ਗੁਰਮੁਖੀ ਲਿਪੀ ਦੇ ਪਹਿਲਾਂ 35 ਵਰਨ ਹੁੰਦੇ ਸੀ। ਠੀਕ ਹੈ। 35 ਵਰਨ ਹੋਣ ਕਰਕੇ ਇਸ ਨੂੰ 35 ਵੀ ਕਿਹਾ ਜਾਂਦਾ ਸੀ। ਸਭ ਤੋਂ ਪਹਿਲਾਂ 35 ਕਿਹਾ ਜਾਂਦਾ ਸੀ, 35 ਵਰਨ ਸਨ। ਉਸ ਤੋਂ ਪਿੱਛੋਂ ਅਰਬੀ ਫਾਰਸੀ ਦੀਆਂ ਕੁਝ ਧੁਨੀਆਂ ਨੂੰ ਪ੍ਰਗਟ ਕਰਨ ਲਈ, ਉਹਨਾਂ ਦੀਆਂ ਆਵਾਜ਼ਾਂ ਨੂੰ ਪ੍ਰਗਟਾਉਣ ਵਾਸਤੇ ਕੀ ਕੀਤਾ ਗਿਆ ਕਿ ਵਿਦਵਾਨਾਂ ਵੱਲੋਂ ਅੰਗਰੇਜ਼ਾਂ ਦਾ ਜਦੋਂ ਰਾਜ ਸੀ ਉਸ ਸਮੇਂ 5 ਅੱਖਰਾਂ ਦੇ ਪੈਰ ਵਿੱਚ ਬਿੰਦੀ ਲਗਾਈ ਗਈ। ਉਹ 5 ਅੱਖਰ ਕਿਹੜੇ ਸਨ? ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ ਤੇ ਫੱਫੇ ਪੈਰ ਬਿੰਦੀ। ਇਹਨਾਂ 5 ਦੇ ਪੈਰ ਵਿੱਚ ਬਿੰਦੀ ਲਗਾਉਣ ਦੇ ਨਾਲ ਕੁੱਲ ਵਰਨਾਂ ਦੀ ਕੁੱਲ ਗਿਣਤੀ ਕਿੰਨੀ ਹੋ ਗਈ? 40। ਠੀਕ ਹੈ। ਉਸ ਤੋਂ ਪਿੱਛੋਂ ਕੀ ਹੋਇਆ ਕਿ ਭਾਸ਼ਾ ਵਿਭਾਗ ਪਟਿਆਲਾ ਨੇ ਲੱਲੇ ਦੀ ਤਾਲਵੀ ਧੁਨੀ ਨੂੰ ਲਿਖਣ ਵਾਸਤੇ ਲੱਲੇ ਪੈਰ ਬਿੰਦੀ ਲਗਾਉਣ ਲਈ ਕਿਹਾ। ਠੀਕ ਹੈ। ਬੋਲਣ ਲਈ ਜਾਂ ਲਿਖਣ ਲਈ ਲੱਲੇ ਪੈਰ ਬਿੰਦੀ ਲਗਾਈ ਗਈ। ਠੀਕ ਹੈ। ਜਿਸ ਕਾਰਨ ਵਰਨਮਾਲਾ ਦੀ ਕੁੱਲ ਗਿਣਤੀ ਕਿੰਨੀ ਹੋ ਗਈ? 41। ਪਹਿਲਾਂ ਕਿੰਨੇ ਸਨ? 35 ਵਰਨ ਸਨ। ਫਿਰ ਅਰਬੀ ਫਾਰਸੀ ਦੀਆਂ ਧੁਨੀਆਂ ਨੂੰ ਪ੍ਰਗਟਾਉਣ ਲਈ 5 ਅੱਖਰਾਂ ਦੇ ਪੈਰ ਵਿੱਚ ਬਿੰਦੀ ਲਗਾਈ ਗਈ ਅਤੇ ਕੁੱਲ ਗਿਣਤੀ ਕਿੰਨੀ ਹੋ ਗਈ? 40। ਉਸ ਤੋਂ ਪਿੱਛੋਂ ਭਾਸ਼ਾ ਵਿਭਾਗ ਪਟਿਆਲਾ ਨੇ ਲੱਲੇ ਦੀ ਤਾਲਵੀ ਧੁਨੀ ਦੀ ਪ੍ਰਗਟਾਉਣ ਲਈ ਜਾਂ ਲਿਖਣ ਵਾਸਤੇ ਲੱਲੇ ਪੈਰ ਬਿੰਦੀ ਲਗਾਉਣ ਲਈ ਕਿਹਾ ਅਤੇ ਇਸ ਤਰ੍ਹਾਂ ਵਰਨਮਾਲਾ ਦੀ ਕੁੱਲ ਗਿਣਤੀ ਕਿੰਨੀ ਹੋ ਗਈ? 41। ਹੁਣ ਅਸੀਂ ਵੇਖਾਂਗੇ ਕਿ ਵਰਨਮਾਲਾ ਕੀ ਹੈ। ਠੀਕ ਹੈ। ਮਾਲਾ ਦਾ ਅਰਥ ਕੀ ਹੁੰਦਾ ਹੈ? ਮਾਲਾ ਇੱਕ ਮੋਤੀਆਂ ਨੂੰ ਇੱਕ ਲੜੀ ਦੇ ਵਿੱਚ ਪਰੋਣਾ। ਲੜੀ ਮਤਲਬ ਸੀਕੁਐਂਸ। ਠੀਕ ਹੈ। ਸੀਕੁਐਂਸ ਦੇ ਵਿੱਚ ਪਰੋਣਾ, ਉਹ ਹੁੰਦੀ ਮਾਲਾ। ਹੁਣ ਇੱਥੇ ਵਰਨਾਂ ਦੀ ਇਹ ਮਾਲਾ ਹੈ। ਠੀਕ ਹੈ। ਵਰਨਾਂ ਦੀ ਇੱਕ ਨਿਸ਼ਚਿਤ ਤਰਤੀਬ ਬਣਾਈ ਗਈ, ਇੱਕ ਸੀਕੁਐਂਸ ਦੇ ਵਿੱਚ ਵਰਨਾਂ ਨੂੰ ਰੱਖਿਆ ਗਿਆ, ਜਿਸ ਕਾਰਨ ਇਸ ਨੂੰ ਵਰਨਮਾਲਾ ਕਿਹਾ ਜਾਂਦਾ ਹੈ। ਠੀਕ ਹੈ। ਭਾਵ ਵਰਨਾਂ ਦੀ ਨਿਸ਼ਚਿਤ ਤਰਤੀਬ, ਸਿਰਫ ਇੰਨਾ ਹੀ ਤੁਸੀਂ ਯਾਦ ਰੱਖਣਾ ਹੈ। ਵਰਨਾਂ ਦੀ ਇੱਕ ਨਿਸ਼ਚਿਤ ਜਾਂ ਖਾਸ ਤਰਤੀਬ ਨੂੰ ਵਰਨਮਾਲਾ ਕਿਹਾ ਜਾਂਦਾ ਹੈ। ਕੀ ਹੈ ਵਰਨਮਾਲਾ? ਮੈਂ ਇੱਥੇ ਲਿਖ ਦਿੰਦੀ ਥੋੜ੍ਹਾ ਜਿਹਾ। ਵਰਨਾਂ ਦੀ ਖਾਸ ਤਰਤੀਬ ਜਾਂ ਨਿਸ਼ਚਿਤ ਤਰਤੀਬ। ਠੀਕ ਹੈ। ਤਰਤੀਬ ਨੂੰ ਜ਼ਰੂਰ ਯਾਦ ਰੱਖਣਾ ਤੁਸੀਂ, ਕਿਉਂਕਿ ਇਹ ਸੀਕੁਐਂਸ ਹੀ ਹੈ। ਸੀਕੁਐਂਸ ਦੇ ਵਿੱਚ ਹੈ, ਇਸ ਕਰਕੇ ਇਹਨੂੰ ਵਰਨਮਾਲਾ ਕਿਹਾ ਜਾਂਦਾ ਹੈ। ਵਰਨਾਂ ਦੀ ਖਾਸ ਤਰਤੀਬ ਜਾਂ ਨਿਸ਼ਚਿਤ ਤਰਤੀਬ ਨੂੰ ਵਰਨਮਾਲਾ ਆਖਦੇ ਹਨ। ਇਹ ਦੀ ਪਰਿਭਾਸ਼ਾ ਹੈ ਵਰਨਮਾਲਾ ਦੀ। ਹੁਣ ਆਪਾਂ ਵੇਖਾਂਗੇ ਕਿ ਵਰਨਮਾਲਾ ਹੈ ਕੀ। ਹੁਣ ਵੇਖੋ, ਇਹਦੀ ਇੱਕ ਨਿਸ਼ਚਿਤ ਤਰਤੀਬ ਬਣਾਈ ਗਈ, ਇੱਕ ਵਿਗਿਆਨਕ ਲਿਪੀ ਤਿਆਰ ਕੀਤੀ ਗਈ। ਇਹ ਗੁਰੂ ਅੰਗਦ ਦੇਵ ਜੀ ਨੇ ਇਸ ਦੀ ਤਰਤੀਬ ਨਿਸ਼ਚਿਤ ਕੀਤੀ ਸੀ। ਇਸ ਕਰਕੇ ਇਹਨੂੰ ਗੁਰਮੁਖੀ ਵੀ ਕਿਹਾ ਜਾਣ ਲੱਗ ਪਿਆ। ਗੁਰਮੁਖੀ ਕਿਹਾ ਜਾਣ ਲੱਗ ਪਿਆ। ਠੀਕ ਹੈ। ਇਹਦੇ ਵਿੱਚੋਂ ਆਪਾਂ ਵੇਖਦੇ ਹਾਂ ਕਿ ਕੁੱਲ ਵਰਗ ਕਿੰਨੇ ਆ। ਪਹਿਲਾ ਜਿਹੜਾ ਊੜਾ ਐੜਾ ਈੜੀ ਸੱਸਾ ਹਾਹਾ, ਇਹ ਹੈਗਾ ਸਾਡੇ ਕੋਲ ਮੁੱਖ ਵਰਗ, ਕਿਉਂਕਿ ਇਹ ਪਹਿਲਾ ਵਰਗ ਹੈ, ਇਸ ਕਰਕੇ ਇਹਨੂੰ ਮੁੱਖ ਵਰਗ ਕਿਹਾ ਜਾਂਦਾ ਹੈ। ਫਿਰ ਹੈ ਕੱਕਾ ਵਰਗ। ਇਹਦੇ ਪਹਿਲੇ ਨਾਮ ਤੋਂ ਇਹਦੇ ਵਰਗ ਦੇ ਨਾਮ ਰੱਖੇ ਗਏ। ਕੱਕਾ ਵਰਗ, ਚਿੱਚਾ ਵਰਗ, ਠੀਕ ਹੈ, ਟੈਂਕਾ ਵਰਗ, ਤੱਤਾ ਵਰਗ, ਪੱਪਾ ਵਰਗ। ਅਤੇ ਕਿਉਂਕਿ ਪਹਿਲਾਂ ਆਪਣੇ ਕੋਲ ਰਾੜੇ ਤੱਕ ਸੀਗੇ ਨਾ, ਕੁੱਲ ਵਰਨ 35 ਸਨ, ਰਾੜੇ ਤੱਕ ਸੀਗਾ, ਇਸ ਕਰਕੇ ਇਹਨੂੰ ਕੀ ਕਿਹਾ ਜਾਂਦਾ ਸੀ? ਅੰਤਿਮ ਵਰਗ। ਇਹ ਅੰਤਿਮ ਵਰਗ ਸੀ। ਪਰ ਉਸ ਤੋਂ ਪਿੱਛੋਂ ਆਪਾਂ ਹੁਣੇ ਪੜ੍ਹਿਆ ਕਿ ਗਿਣਤੀ ਦੇ ਵਿੱਚ ਵਾਧਾ ਹੋਇਆ ਅਤੇ ਇਸ ਕਰਕੇ ਉਹਦਾ ਨਾਮ ਰੱਖਿਆ ਗਿਆ ਨਵੀਨ ਵਰਗ, ਭਾਵ ਨਵਾਂ ਵਰਗ। ਨਵੇਂ ਵਰਗ ਨੂੰ ਸ਼ਾਮਿਲ ਕੀਤਾ ਗਿਆ ਲੱਲੇ ਪੈਰ ਬਿੰਦੀ ਤੱਕ। ਠੀਕ ਹੈ। ਕੁੱਲ ਕਿੰਨੇ ਵਰਗ ਹੈ ਇਹਦੇ? ਵੇਖੋ, 1 2 3 4 5 6 7 8। ਕੁੱਲ ਕਿੰਨੇ ਵਰਗ ਹਨ? 8। ਕੁੱਲ 8 ਵਰਨਮਾਲਾ ਦੇ ਕੁੱਲ ਕਿੰਨੇ ਵਰਗ ਹਨ? ਇਹ ਪ੍ਰਸ਼ਨ ਜਿਹੜਾ ਵਾ ਪੁੱਛਿਆ ਜਾਂਦਾ ਹੈ। ਠੀਕ ਹੈ। ਵਰਨਮਾਲਾ ਦੇ ਕੁੱਲ ਕਿੰਨੇ ਵਰਗ ਹਨ? 8। ਇਹਨਾਂ ਨੂੰ ਯਾਦ ਰੱਖਣਾ ਤੁਸੀਂ। ਔਰ ਜੇਕਰ ਪੁੱਛਿਆ ਜਾਵੇ ਨਵੀਨ ਵਰਗ ਦੀ ਟੋਲੀ ਦੇ ਨਾਮ ਲਿਖੋ, ਅਤੇ ਫਿਰ ਬਿੰਦੀ ਵਾਲੇ ਸਾਰੇ ਆਉਣਗੇ। ਜੇ ਤੱਤਾ ਵਰਗਾਂ ਲਈ ਕਹੀ ਜਾਵੇ ਫਿਰ ਤੱਤੇ ਵਾਲੇ ਸਾਰੇ ਅੱਖਰ ਆਉਣਗੇ। ਮੁੱਖ ਵਰਗ ਕਿਹਾ ਜਾਵੇ ਤਾਂ ਫਿਰ ਊੜੇ ਵਾਲੀ ਲਾਈਨ ਆਏਗੀ। ਹੁਣ ਆਪਾਂ ਇਹਦੇ ਵਿੱਚ ਵੇਖਣਾ ਹੈ ਭੇਦ। ਠੀਕ ਹੈ। ਵਰਨ ਭੇਦ। ਪਹਿਲੇ ਜਿਹੜੇ 3 ਅੱਖਰ ਹਨ ਊੜਾ ਐੜਾ ਅਤੇ ਈੜੀ, ਇਹ ਕੀ ਹੈ? ਸਵਰ ਅੱਖਰ। ਠੀਕ ਹੈ।
ਇਹਨਾਂ ਦੇ ਨਾਲ ਹੀ ਸਾਰੀਆਂ ਧੁਨੀਆਂ ਨੂੰ ਸਾਰੀਆਂ ਲਗਾਂ ਜਿਹੜੀਆਂ ਵਾ ਉਹ 10 ਜਿਹੜੀਆਂ ਸਾਡੇ ਕੋਲ ਲਗਾਂ ਹਨ ਉਹ ਇਹਨਾਂ ਤੋਂ ਹੀ ਬਣਦੀਆਂ ਹਨ। ਠੀਕ ਹੈ, ਊੜਾ ਐੜਾ ਈੜੀ ਤਿੰਨਾਂ ਅੱਖਰਾਂ ਦੇ ਨਾਲ ਹੀ 10 ਲਗਾਂ ਜਿਹੜੀਆਂ ਉਹ ਬਣਦੀਆਂ ਹਨ। ਠੀਕ ਹੈ, ਇਹ ਹੋ ਗਿਆ ਸਾਡੇ ਸਵਰ ਅੱਖਰ। ਉਸ ਤੋਂ ਪਿੱਛੋਂ ਆ ਗਏ ਸੱਸੇ ਤੋਂ ਲੈ ਕੇ ਇੱਥੋਂ ਸੱਸੇ ਤੋਂ ਲੈ ਕੇ ਠੀਕ ਹੈ ਕਿੰਨੇ ਵਿਅੰਜਨ ਹਨ? ਆਈ ਹੋਪ ਪਿਛਲੇ ਚੈਪਟਰ 'ਚ ਆਪਾਂ ਪੜ੍ਹਿਆ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ। ਵਿਅੰਜਨ ਕਿੰਨੇ ਹਨ? 38। ਸੱਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਸਾਰੇ ਕੀ ਆ? ਵਿਅੰਜਨ। ਠੀਕ ਹੈ, ਹੁਣ ਵਿਅੰਜਨ ਦੇ ਵਿੱਚ ਇਹਨਾਂ ਦੀਆਂ ਕਿਸਮਾਂ ਅੱਗਿਓਂ ਕੀ ਹੈ? ਸੱਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ 38 ਵਿਅੰਜਨ ਹਨ ਔਰ 3 ਸਵਰ ਅੱਖਰ ਹਨ। 3 ਸਵਰ ਅੱਖਰ ਊੜਾ ਐੜਾ ਈੜੀ 3 ਸਵਰ ਅੱਖਰ ਸੱਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ 38 ਵਿਅੰਜਨ, ਇਹਨਾਂ ਨੂੰ ਕਹਿੰਦੇ ਵਿਅੰਜਨ। ਪਹਿਲੀ ਕਿਸਮ ਹੋ ਗਈ ਵਰਨ, ਫਿਰ ਵਿਅੰਜਨ ਸੌਰੀ ਸਵਰ ਅੱਖਰ, ਫਿਰ ਵਿਅੰਜਨ। ਉਸ ਤੋਂ ਬਾਅਦ 'ਚ ਆ ਜਾਂਦਾ ਹੈ ਫਿਰ ਅਸੀਂ ਕਰਦੇ ਹਾਂ ਅਨੁਨਾਸਿਕ। ਠੀਕ ਹੈ, ਅਨੁਨਾਸਿਕ ਕਿਹੜੇ ਅੱਖਰ ਹੈ ਵੇਖਦੇ ਹਾਂ ਆਪਾਂ, ਜਿਨ੍ਹਾਂ ਨੂੰ ਬੋਲਦੇ ਸਮੇਂ ਆਵਾਜ਼ ਨੱਕ ਵਿੱਚੋਂ ਬਾਹਰ ਆਉਂਦੀ ਹੈ। ਠੀਕ ਹੈ, ਸੌਰੀ ਇੱਥੋਂ ਤੱਕ ਗੰਗਾ ਯਈਆਂ ਨਾਣਾ ਨੰਨਾ ਤੇ ਮੰਮਾ, ਇਹ ਆ ਅਨੁਨਾਸਿਕੀ ਅੱਖਰ। ਕਿੰਨੇ ਆ ਇਹ? 5। ਗੰਗਾ ਯਈਆਂ ਨਾਣਾ ਨੰਨਾ ਤੇ ਮੰਮਾ, ਇਹ 5 ਅੱਖਰ ਜਿਹੜੇ ਆ ਉਹ ਅਨੁਨਾਸਿਕੀ ਧੁਨੀਆਂ ਨੇ। ਉਸ ਤੋਂ ਬਾਅਦ ਵਿੱਚ ਅਸੀਂ ਕਰਨਾ ਹੈ ਪੈਰ ਵਿੱਚ ਪੈਣ ਵਾਲੇ ਅੱਖਰ। ਠੀਕ ਹੈ, ਪੈਰ ਵਿੱਚ ਪੈਣ ਵਾਲੇ ਅੱਖਰਾਂ ਨੂੰ ਕੀ ਕਿਹਾ ਜਾਂਦਾ ਹੈ? ਦੁੱਤ ਅੱਖਰ। ਠੀਕ ਹੈ, ਹੁਣ ਇਹਦੇ ਵਿੱਚ ਦੁੱਤ ਅੱਖਰ ਕਿਹੜੇ ਹਨ? ਹਾ ਹਾ। ਠੀਕ ਹੈ, ਉਸ ਤੋਂ ਬਾਅਦ ਰਾਰਾ ਤੇ ਵਾਵਾ। ਹਾਹਾ ਰਾਰਾ ਤੇ ਵਾਵਾ, ਹਾਹਾ ਰਾਰਾ ਤੇ ਵਾਵਾ, ਇਹ ਤਿੰਨੇ ਸਾਡੇ ਕੋਲ ਦੁੱਤ ਅੱਖਰ ਨੇ। ਠੀਕ ਹੈ, ਦੁੱਤ ਅੱਖਰ ਉਹ ਹੁੰਦੇ ਹਨ ਜਿਹੜੇ ਪੈਰ ਵਿੱਚ ਲੱਗਦੇ ਹਨ। ਜਿਵੇਂ ਪੜ੍ਹਦਾ ਆਪਾਂ ਲਿਖਦੇ ਹਾਂ ਨਾ, ਪੜ੍ਹਦਾ, ਤੇ ਹਾਹਾ ਜਿਹੜਾ ਇਸ ਤਰੀਕੇ ਨਾਲ ਆਪਾਂ ਪੈਰ ਦੇ ਵਿੱਚ ਪਾ ਦਿੰਦੇ ਹਾਂ, ਪੜ੍ਹਦਾ। ਸਵੈ ਲਿਖਦੇ ਹਾਂ ਤੇ ਇੱਧਰ ਇੱਕ ਵਾਵਾ ਪੈਰ ਦੇ ਵਿੱਚ ਪਾਇਆ ਜਾਂਦਾ ਇਸ ਤਰੀਕੇ ਨਾਲ, ਸਵੈ ਜੀਵਨੀ, ਸਵੈ ਵਿਸ਼ਵਾਸ, ਸਵੈ ਮਾਣ। ਠੀਕ ਹੈ, ਤੇ ਜਿੱਦਾਂ ਰਾਰਾ, ਪੱਪੇ ਦੇ ਪੈਰ 'ਚ ਰਾਰਾ, ਕੱਕੇ ਕੰਨਾ, ਸੱਸੇ ਪੈਰ ਬਿੰਦੀ ਪ੍ਰਕਾਸ਼, ਪੈਰ 'ਚ ਰਾਰਾ ਆ ਗਿਆ। ਸੋ ਇਹ ਤਿੰਨੇ ਕੀ ਆ? ਦੁੱਤ ਅੱਖਰ। ਆਈ ਹੋਪ ਕਿ ਕਲੀਅਰ ਹੋ ਗਿਆ ਹੋਵੇਗਾ। ਫਿਰ ਵੀ ਆਪਾਂ ਇੱਕ ਵਾਰੀ ਇਹਨਾਂ ਦੀ ਪਰਿਭਾਸ਼ਾ ਜਲਦੀ ਵੇਖ ਲੈਂਦੇ ਹਾਂ। ਠੀਕ ਹੈ, ਓਕੇ, ਵੇਖੋ ਨੈਕਸਟ ਵਰਨ ਭੇਦ। ਗੁਰਮੁਖੀ ਲਿਪੀ ਵਿੱਚ ਅੱਖਰ ਜਾਂ ਵਰਨ 4 ਤਰ੍ਹਾਂ ਦੇ ਹੁੰਦੇ ਆ। ਪਹਿਲਾ ਸਵਰ ਜਿਹੜਾ ਆਪਾਂ ਆਲਰੇਡੀ ਕਰ ਚੁੱਕੇ ਹਾਂ, ਉਹ ਅੱਖਰ ਜਿਹੜੇ ਦੂਸਰੇ ਅੱਖਰ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾਣ। ਠੀਕ ਹੈ, ਸਵਰ ਉਹ ਅੱਖਰ ਹੁੰਦੇ ਹਨ ਜਿਹੜੇ ਬਿਨਾਂ ਕਿਸੇ ਹੋਰ ਅੱਖਰ ਦੀ ਸਹਾਇਤਾ ਤੋਂ ਬੋਲੇ ਜਾ ਸਕਦੇ ਆ, ਜਿਵੇਂ 3 ਊੜਾ ਐੜਾ ਤੇ ਈੜੀ। ਨੈਕਸਟ ਆ ਵਿਅੰਜਨ, ਜਿਨ੍ਹਾਂ ਅੱਖਰਾਂ ਦਾ ਉਚਾਰਨ ਕਿਸੇ ਹੋਰ ਅੱਖਰ ਦੀ ਸਹਾਇਤਾ ਤੋਂ ਬਿਨਾਂ ਨਾ ਹੋ ਸਕੇ। ਠੀਕ ਹੈ, ਜਿਨ੍ਹਾਂ ਦਾ ਹੋਰ ਅੱਖਰ ਦੀ ਸਹਾਇਤਾ ਤੋਂ ਬਿਨਾਂ ਨਾ ਹੋ ਸਕੇ, ਸਿਰਫ ਇਹ ਸਵਰ ਦੀ ਸਹਾਇਤਾ ਨਾਲ ਹੀ ਬੋਲੇ ਜਾ ਸਕਦੇ ਹਨ, ਇਕੱਲੇ ਨਹੀਂ ਬੋਲੇ ਜਾ ਸਕਦੇ। ਠੀਕ ਹੈ, ਇਸ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਵਿਅੰਜਨ। ਪੰਜਾਬੀ ਵਿੱਚ ਸੱਸੇ ਤੋਂ ਲੈ ਕੇ ਡਾਢੇ ਤੱਕ ਇਹ ਕੁੱਲ 32 ਹੈ ਔਰ ਨੈਕਸਟ ਆਪਾਂ ਲੱਲੇ ਪੈਰ ਬਿੰਦੀ ਤੱਕ ਕੀਤੇ ਸੀਗੇ ਤੇ ਸਾਡੇ ਕੋਲ 38 ਨੇ। ਠੀਕ ਹੈ, 5 ਜਿਹੜੀਆਂ ਨੈਕਸਟ ਧੁਨੀਆਂ ਉਹ ਵੀ ਆਪਾਂ ਵਿੱਚ ਹੀ ਸ਼ਾਮਲ ਕਰਦੇ ਵਿਅੰਜਨ ਦੇ। ਸੱਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ। ਠੀਕ ਹੈ, ਲੱਲੇ ਪੈਰ ਬਿੰਦੀ ਤੱਕ ਕਰਨੇ ਆਪਾਂ। ਇਹ ਹੋਣਗੇ ਕਿੰਨੇ? 38 ਵਿਅੰਜਨ ਹੋਣਗੇ ਲੱਲੇ ਪੈਰ ਬਿੰਦੀ ਤੱਕ। ਠੀਕ ਹੈ, ਅੱਗੇ ਵੇਖੋ ਅਨੁਨਾਸਿਕ। ਅਨੁਨਾਸਿਕ ਉਹ ਹੁੰਦੇ ਆ ਜਿਨ੍ਹਾਂ ਦਾ ਉਚਾਰਨ ਨੱਕ ਰਹੀ ਹੋਵੇ, ਉਹਨਾਂ ਨੂੰ ਅਨੁਨਾਸਿਕ ਅੱਖਰ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਅੱਖਰ ਅਨੁਨਾਸਿਕ 5 ਆ, ਆਪਾਂ ਹੁਣੇ ਕਰਕੇ ਹਟੇ, ਗੰਗਾ ਜਈਆਂ ਨਾਣਾ ਨੰਨਾ ਅਤੇ ਮੰਮਾ। ਦੁੱਤ ਅੱਖਰ ਕਿਹੜੇ ਹੁੰਦੇ ਆ? ਜਿਹੜੇ ਪੈਰ ਵਿੱਚ ਲਿਖੇ ਜਾਣ, ਰਲ ਕੇ ਆਵਾਜ਼ ਇੱਕ ਹੀ ਪੈਦਾ ਕਰਦੇ ਹਨ, ਉਹਨਾਂ ਨੂੰ ਦੁੱਤ ਅੱਖਰ ਕਹਿੰਦੇ, ਹਾਹਾ ਰਾਰਾ ਤੇ ਵਾਵਾ। ਸੋ ਅੱਜ ਸੀਗਾ ਆਪਾਂ ਪੜ੍ਹਿਆ ਵਰਨਾਂ ਬਾਰੇ। ਸੋ ਇਸ ਨੂੰ ਧਿਆਨਪੂਰਵਕ ਫਿਰ ਵੇਖ ਲੈਣਾ ਇੱਕ ਵਾਰੀ। ਵਰਨ ਕਿੰਨੇ ਤਰ੍ਹਾਂ ਦੇ ਹਨ ਔਰ ਕਿਹੜੇ ਹਨ? ਵਰਨਮਾਲਾ ਦੀ ਪਰਿਭਾਸ਼ਾ ਕੀ ਹੈ? ਵਰਨਾਂ ਦੀ ਨਿਸ਼ਚਿਤ ਤਰਤੀਬ। ਕੱਲ੍ਹ ਅਸੀਂ ਲਿਪੀ ਬਾਰੇ ਪੜ੍ਹਾਂਗੇ। ਧੰਨਵਾਦ।